Class 10th exercise 3.3 sum number 3 part 4th sum number 3 ਤੇ part 4th ਇਹ sum ਚ ਕਿਹਾ ਗਿਆ the taxi charge in a city consists of a fixed charge together with the charge for the distance covered ਇੱਕ ਟੈਕਸੀ ਚਾਰਜ ਇਦਾਂ ਲਿਆ ਜਾਂਦਾ ਵੀ ਪਹਿਲੇ ਕੁਝ ਤੇ ਹੈਗਾ ਫਿਕਸ ਇਹਨਾਂ ਸਿਟੀ ਕੰਸਿਸਟ ਆਫ ਅ ਫਿਕਸ ਚਾਰਜ ਟੂਗੈਦਰ ਉਹਨੂੰ ਮਿਲਾ ਕੇ ਫਿਰ ਜਿੱਦਾਂ ਮੰਨ ਲਓ ਪਹਿਲਾਂ 1 ਕਿਲੋਮੀਟਰ ਜਾਣਾ ਆਪਾਂ ਉਹਦੇ ਵਾਸਤੇ ਕੁਝ ਨਿਰਧਾਰਿਤ ਕੀਤਾ ਗਿਆ ਵੀ ਉਹ ਆਪਾਂ ਲੈਣੇ ਹੀ ਲੈਣੇ ਨੇ ਉਹਦੇ ਤੋਂ ਅੱਗੇ ਕੀ ਆ ਵੀ ਜਿੰਨਾ ਡਿਸਟੈਂਸ ਵੱਧਦਾ ਜਾਏਗਾ ਉਹਦੇ ਮੁਤਾਬਕ ਪਰ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਲੈਣੇ ਆ ਉਹਨਾਂ ਨੇ ਕਹਿੰਦਾ ਫਾਰ ਅ ਡਿਸਟੈਂਸ ਆਫ 10 ਕਿਲੋਮੀਟਰ 10 ਕਿਲੋਮੀਟਰ ਡਿਸਟੈਂਸ ਟਰੈਵਲ ਕਰਨ ਵਾਸਤੇ 105 ਰੁਪਏ ਦਿੱਤੇ ਗਏ ਅਤੇ 15 ਕਿਲੋਮੀਟਰ ਵਾਸਤੇ 155 ਰੁਪਏ ਦਿੱਤੇ ਗਏ ਮੈਂ ਇਨ ਸ਼ਾਰਟ ਤੁਹਾਨੂੰ ਦੱਸ ਰਿਹਾ ਵਾਟ ਆਰ ਦਾ ਫਿਕਸ ਚਾਰਜ ਐਂਡ ਦਾ ਚਾਰਜ ਪਰ ਕਿਲੋਮੀਟਰ ਹਾਊ ਮਚ ਡਜ਼ ਅ ਪਰਸਨ ਹੈਵ ਟੂ ਪੇ ਟਰੈਵਲਿੰਗ ਆ ਡਿਸਟੈਂਸ 25 ਕਿਲੋਮੀਟਰ ਦੇ ਕਿੰਨੇ ਪੈਸੇ ਲੱਗਣਗੇ ਕਹਿੰਦਾ ਦੋ ਚੀਜ਼ਾਂ ਦੱਸੋ ਫਿਕਸ ਚਾਰਜ ਕਿੰਨਾ ਹੈ ਅਤੇ ਚਾਰਜ ਪਰ ਕਿਲੋਮੀਟਰ ਕਿੰਨਾ ਹੈ ਐਕਸਰਸਾਈਜ਼ 3.3 ਸਵਾਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਵੀਡੀਓ ਪੂਰੀ ਦੇਖਿਓ ਜੀ ਲੈਟ ਕਰ ਲਾਂਗੇ ਲੈਟ ਫਿਕਸ ਚਾਰਜ ਇਕੁਅਲ ਟੂ ਐਕਸ ਅਤੇ ਚਾਰਜ ਪਰ ਕਿਲੋਮੀਟਰ ਇਕੁਅਲ ਟੂ ਵਾਈ ਅਕੋਰਡਿੰਗ ਟੂ ਸਮ ਕੀ ਹੈ ਵੀ 10 ਕਿਲੋਮੀਟਰ ਦੇ ਵਾਸਤੇ 105 ਰੁਪਏ ਲੱਗਦੇ ਆ ਅਕੋਰਡਿੰਗ ਟੂ ਸਮ x ਪਲੱਸ 10y ਇਕੁਅਲ ਟੂ 105 ਇਹਨੂੰ ਅਸੀਂ 1 ਨੰਬਰ ਦੇ ਦਿਆਂਗੇ ਤੇ ਦੂਜਾ ਕੀ ਹੈ 15 ਕਿਲੋਮੀਟਰ ਵਾਸਤੇ 155 ਰੁਪਏ ਲੱਗਦੇ ਆ x ਪਲੱਸ 15y ਇਕੁਅਲ ਟੂ ਇਹਨੂੰ ਅਸੀਂ 2 ਨੰਬਰ ਦੇ ਦਿਆਂਗੇ ਇੱਥੋਂ ਸਾਡਾ ਸਵਾਲ ਸ਼ੁਰੂ ਹੋ ਜਾਣਾ ਜਿਹੜਾ ਫਿਕਸ ਚਾਰਜ ਸੀ ਉਹ ਤਾਂ ਦੋਵਾਂ ਦਾ ਸੇਮ ਆ ਐਕਸ ਅਤੇ ਐਕਸ ਪਲੱਸ 10 ਕਿਲੋਮੀਟਰ ਦੇ ਜਿੰਨੇ ਪੈਸੇ ਲੱਗੇ 105 ਰੁਪਏ ਫਿਕਸ ਚਾਰਜ ਤਾਂ ਸੇਮ ਹੈਗਾ ਹੀ ਹੈਗਾ ਉਹ ਤਾਂ ਲੱਗਣਾ ਹੀ ਲੱਗਣਾ ਪਲੱਸ 15 ਕਿਲੋਮੀਟਰ ਦੇ ਕਿੰਨੇ ਪੈਸੇ ਲੱਗੇ ਉਹ 155 ਰੁਪਏ ਨੇ ਜੀ ਠੀਕ ਹੈ ਜੀ ਹੁਣ ਕੀ ਆ ਆਪਾਂ ਚੱਲਾਂਗੇ ਫਰੋਮ 1 ਕੀ ਆ x ਪਲੱਸ 10y ਇਕੁਅਲ ਟੂ 105 x ਇਕੁਅਲ ਟੂ 105 ਆ ਵੇਖੋ x ਇਕੁਅਲ ਟੂ 105 ਇਹ ਪਲੱਸ 10y ਆ ਇਹ ਉਧਰ ਜਾ ਕੇ ਮਾਈਨਸ ਦੀ ਹੋ ਜਾਏਗੀ ਪੁੱਟ ਦਾ ਵੈਲਿਊ ਆਫ x ਇਨ ਇਕੁਏਸ਼ਨ 2 ਇਹਨੂੰ 2 ਨੰਬਰ ਇਕੁਏਸ਼ਨ 'ਚ ਭਰ ਦਿਆਂਗੇ 2 ਨੰਬਰ ਭਰਨ ਵਾਸਤੇ ਇਹਨੂੰ ਪਹਿਲਾਂ ਲਿਖਾਂਗੇ x plus 15y equal to 155 ਇਹ ਜਿਹੜੀ x ਦੀ ਵੈਲਿਊ ਆ ਇੱਥੇ ਭਰ ਦਾਂਗੇ x ਦੀ ਜਗ੍ਹਾ ਕੀ ਲਿਖਾਂਗੇ 105 ਮਾਈਨਸ 10y 105 ਮਾਈਨਸ 10y ਪਲੱਸ 15y ਇਕੁਅਲ ਟੂ 155 ਇਹ ਕਿ ਲਿਖਾਂਗੇ ਮਾਈਨਸ 10y ਪਲੱਸ 15y ਇਹਨੂੰ ਕੈਲਕੂਲੇਟ ਕਰੀਏ ਤਾਂ 15 ਦਾ ਘਟਾਈਏ 5y ਆ ਗਏ ਇਕੁਅਲ ਟੂ 155 ਇਹ ਮਾਈਨਸ 10 ਪਲੱਸ ਦੇ ਨੇ 105 ਇੱਥੇ ਪਲੱਸ ਦੇ ਨੇ ਇੱਧਰ ਆਣ ਕੇ ਮਾਈਨਸ ਦੇ ਹੋ ਗਏ ਇਹ ਜਿਹੜੀ ਮਾਈਨਸ ਆ ਇਹ 10y ਦੀ ਆ ਇਹ 10y ਦੇ ਨਾਲ ਕੈਲਕੂਲੇਟ ਕੀਤੀ ਆਪਾਂ ਇਹ ਚੀਜ਼ ਸਾਈਨ ਵੇਖਣੇ ਪੈਣੇ ਆਪਾਂ ਨੂੰ ਕਿ ਕਿਹੜਾ ਸਾਈਨ ਕਿਹਦਾ 5y ਇਕੁਅਲ ਟੂ 5 ਤੋਂ 5 ਗਏ 0 5 ਤੋਂ 0 ਗਏ 5 y ਕੀ ਆ ਗਿਆ ਇਹ 5 ਇੱਥੇ ਮਲਟੀਪਲਾਈ ਹੋਇਆ ਇੱਥੇ ਜਾ ਕੇ ਡਿਵਾਈਡ ਹੋਏਗਾ 5 1 ਆਰ 5 10 ਆਰ y ਇਕੁਅਲ ਟੂ 10 y ਦੀ ਵੈਲਿਊ ਸਾਡੇ ਕੋਲ ਆ ਗਈ ਹੁਣ ਇੱਥੋਂ ਫਰੋਮ 1 ਤੋਂ ਇਹ ਤੁਹਾਡੀ ਮਰਜ਼ੀ ਹੈ 1 ਨੰਬਰ ਲਾਈਨ ਲਿਖਣੀ ਆ 2 ਨੰਬਰ ਲਾਈਨ ਲਿਖਣੀ ਹੈ ਕਿ ਇੱਥੋਂ x ਦੀ ਵੈਲਿਊ ਕੱਢਣੀ ਹੈ ਜਿਵੇਂ ਮਰਜ਼ੀ ਕੱਢ ਲਓ x ਇਕੁਅਲ ਟੂ 105 ਮਾਈਨਸ 10y ਮੈਂ ਇਹਨੂੰ ਲੈ ਲਿਆ ਜੀ ਹੁਣ ਇਹ ਵੇਖੋ ਇਹ ਜਿਹੜੀ ਮੈਂ x ਦੀ ਵੈਲਿਊ ਕੱਢੀ ਸੀ ਨਾ ਇਹਨੂੰ ਲੈ ਲਿਆ
की है 105 माइनस 10 इंटू वाई कितनी 10 लो जी 105 में 10 का 100 बाकी भी बच गए। एक्स की वैल्यू कितनी हैगी 5 तो वाई की वैल्यू कितनी है जी ਇਹ ਵੇਖੋ 10। ਆਪਾਂ ਉੱਤੇ ਕਿਵੇਂ ਫਿਕਸ ਚਾਰਜ ਸਭ ਤੋਂ ਫਸਟ ਲਾਈਨ ਜਿਹੜੀ ਹੈ ਉਹ ਕੀ ਫਿਕਸ ਚਾਰਜ ਕਿੰਨਾ ਮੰਨਿਆ ਸੀ ਆਪਾਂ ਐਕਸ ਕਿੰਨਾ 5 ਰੁਪਏ। ਦੂਜਾ ਕੀ ਦੂਜੀ ਲਾਈਨ ਹੈ ਚਾਰਜ ਪਰ ਕਿਲੋਮੀਟਰ ਕਿੰਨਾ ਵਾਈ ਦੀ ਵੈਲਿਊ ਕਿੰਨੀ 10 ਰੁਪਏ। ਅੱਗੇ ਉਹਨੇ ਲਾਸਟ ਲਾਈਨ ਕਹੀ ਹਾਊ ਮਚ ਡਜ਼ ਅ ਪਰਸਨ ਹੈਵ ਟੂ ਪੇ ट्रैवलिंग एट डिस्टेंस ऑफ 25 किलोमीटर का उन्होंने कितना ट्रैवल जोड़ा देना पवेगा पे करना पएगा फॉर 25 किलोमीटर की एक्स प्लस फिक्स भी देना पएगा प्लस 25 किलोमीटर का भी देना पएगा। एक्स कितना 5 प्लस 25 वाई कितनी है 10 वाई की वैल्यू पुट कर देंगे ना 5 प्लस 25 का है 250 250 के 5 255 रुपए पे करने पैणगे। हुण जी नाल ही ये फिफ्थ पार्ट है जी a fraction becomes 9/11 if 2 is added to both the numerator and denominator। let पहला मान लाँगे फ्रैक्शन की है फ्रैक्शन इक्वल टू एक्स बाय वाई अकॉर्डिंग टू सम की है कहता जे न्यूमीरेटर यानी कि उपरले डिनोमीनेटर यानी कि हेठले च 2 प्लस कर दीए। फस्ट कंडीशन एक्स प्लस 2 बाय वाई प्लस 2 कहता की हो जाती है आ फ्रैक्शन बिकम्स 9/11 क्रॉस मल्टीप्लाई कर दें 11 उपर एक्स नाल मुड़ के 2 नाल की आएगा 11x प्लस 11 2 आर 22 9 नूं थले वाई नाल फिर 2 नाल 9y प्लस 9 2 आर 18 11x आ 9y इधर लाओ माइनस हो गए 18 आ 22 जोड़े उधर लै जाओ की आ गया 11x माइनस 9y 18 चो 22 घटाए -4 इनू 1 नंबर दे दो जी। इस तरह अगे की कहता सैकंड कंडीशन फॉर सैकंड कंडीशन कहता इफ 3 इज एडेड टू बोथ न्यूमीरेटर एंड कहता उपर भी तो नीचे भी 3 प्लस कर दईए तो ये की हो जाती है 5/6 हो जाती है। 6 नूं एक्स नाल तो 3 नाल मल्टीप्लाई करांगे 6 3 आर 18 5 नूं वाई नाल तो 3 ना 5y प्लस 5 3 आर 15 इनू कहते हैं क्रॉस मल्टीप्लाई करना 6x आ 5y इधर आके माइनस दे हो गए 15 आ 18 उधर जाके माइनस दे हो गए 6x माइनस 5y 15 माइनस 18 माइनस 10 इनू 2 नंबर दे दो। यह जी 1 नंबर इक्वेशन है फ्रॉम 1 ये तो आप एक्स की वैल्यू कढ़ांगे एक्स की वैल्यू की आएगी यह 11 थले चल जाएगा दिखाई नहीं दे रहा तो यह 11 जो मल्टीप्लाई हो रहा एक्स के नाल ये थले चल जाएगा क्योंकि मैं एक लाइन च सारा काम कर देने लगा आ -4 आ -9y जो उधर जाएगा प्लस का हो जाएगा। तुही वखरा वखरा करके वेख लो जो तुहानूं नहीं समझ आई मैं दोवें काम पहला मैं लिखना 11x इक्वल टू इना उस तो बाद 11 थले लिया 2 लाइना लिखनिया पर मैं एक सिंगल लाइन जी तुहानूं करन दा तरीका दसता। 11x आ 11 मल्टीप्लाई हो रहा इत्थे डिवाइड हो गया -4 आ ठीक है -9y उधर जाके प्लस की होगी काम निबड़ गया एक्स की वैल्यू आ गई। हुण पुट द वैल्यू ऑफ एक्स पुट द वैल्यू ऑफ एक्स इन इक्वेशन 2 की है
देखो 6x माइनस 5y इक्वल टू -3 आ 6 आ जोड़ा x आ तो आ x आ सेम ही चीज़ आ जी वैल्यू है ये भर दो -4 प्लस 9y बाई 11 अगे की आ गया -5y इक्वल टू -3 अपनी सूई उत्थे रखनी आ ये नहीं भी जो लिख लिया तो हम बाकी बस जी आ बाकी आ एक्स की वैल्यू लिखी आप वो तक -5y वो सारी लाइन लिखनी है इतों शुरू करीदा तो एंड तक जाइदा हुण की 6 ने मल्टीप्लाई होना पहला -4 नाल फिर 9y नाल 6 4 आर 24 माइनस मैं पहला लाती जब माइनस प्लस माइनस 6 9 आर 54y हुण ध्यान नाल वेखो मैं फिर दो स्टैप इक्को लाइन च करन लगा आर 6 उपर मल्टीप्लाई हो रहा है ना ये थले मैं लिखना है 11 फिर आ लाइन लिखनी ही फिर अगली लाइन च मैं बटे नूं तोड़ना ही पर मैं ये नाल ही तोड़न लगा 11 नूं -5 नाल मल्टीप्लाई करांगा 11 5 आर 55 इक्वल टू 11 नूं -3 ना करांगा 11 3 आर 33 -55y प्लस 44y 45 ना 54 -55 होंदा -y -1 आना ही ना 55 तो वेखो 54 प्लस दे ने तो 54 माइनस के कैंसल हो जाने ही एक माइनस का बच जाना -1y इतने 1 पाना पा दो नहीं पाना थोड़ी मर्जी -33 -24 उधर जाके प्लस का हो गया ये कैलकुलेशन जी है मामूली आ जो तुहानूं ये नहीं आती फिर तुम ये ना समझो भी आप 10th क्लास -y इक्वल टू 24 -33 -9 माइनस माइनस कटेगी y इक्वल टू 9 y की वैल्यू आ गई हुण आप x की वैल्यू कढ़ने आप उपर जाइए आ देखो x की वैल्यू लिखी है x इक्वल टू -4 प्लस 9y बाई 11 ये वाई की वैल्यू पुट कर दो की आ -4 प्लस 9 इंटू 9 वाई कितनी है 9 बाई -4 प्लस 9 9 आर 81 81 -4 77 एक्स कितना आ गया एक्स कितना आ गया 7 तो वाई कितनी आ गई 9 दो चीज़ आ गई साढ़े को एक्स 7 तो वाई 9 फ्रैक्शन कितनी होगी साढ़े को फ्रैक्शन साढ़े को की फस्ट लाइन देखो फ्रैक्शन कितनी एक्स बाय वाई एक्स कितना 7 थले की आ जाएगा 9 क्योंकि वाई थले इस तो बाद 6 सम जी थर्ड पार्ट का 6 सम कर लगे जी आप सिक्स सम आ 5 years hence the age of Jacob will be 3 times that of his son 5 साल हुण तो 5 साल बाद जैकब की जिहड़ी उम्र आ हुण तो 5 साल बाद जैकब की जिहड़ी उम्र आ वो अपने पुत्र नालों 3 गुणा होएगी 5 ईयर जो 5 साल पहला जैकब जो 7 टाइम दैट ऑफ पर 5 साल पहला एज जिहड़ी ही वो पुत्र नालों 7 गुणा ही वाट आर द प्रेजेंट एज लेट प्रेजेंट एज ऑफ जैकब इक्वल टू एक्स प्रेजेंट एज ऑफ सन इक्वल टू वाई अकॉर्डिंग टू सम अकॉर्डिंग टू सम का मतलब सवाल मुताबिक फस्ट कंडीशन फस्ट कंडीशन की है वो कहता आ मैथ लागे रखा करो
ਜਦੋਂ ਹੀ ਮੈਥ ਸੋਲਵ ਕਰਨਾ ਮੈਥ ਨੂੰ ਲਾਗੇ ਰੱਖਣਾ। 5 years hence age of Jacob will be 3 times of age son। ਹੁਣ ਤੋਂ 5 ਸਾਲ ਬਾਅਦ 5 ਸਾਲ ਬਾਅਦ ਹੋਏਗੀ ਇਹਦੀ ਉਮਰ ਫਿਰ ਹੋ ਜਾਏਗੀ x + 5 ਤੇ ਇਹਦੀ ਉਮਰ ਹੋ ਜਾਏਗੀ y + 5 ਕਿਉਂਕਿ ਇਕੱਲੇ ਪਿਓ ਨੇ ਤਾਂ ਵੱਡੇ ਹੋਣਾ ਨਹੀਂ, ਬੱਚੇ ਨੇ ਵੀ ਤੇ ਨਾਲ ਵੱਡੇ ਹੋਣਾ ਨਾ। ਤੇ ਕੰਡੀਸ਼ਨ ਕੀ ਆ 5 ਸਾਲ ਬਾਅਦ ਕਿੰਨਾ ਹੋਏਗਾ 3 ਟਾਈਮ। ਇਹਨੂੰ ਸੋਲਵ ਕਰ ਦਿਓ ਜੀ x + 5 = ਆ 3 ਮਲਟੀਪਲਾਈ ਹੋ ਰਿਹਾ ਇਹਨਾਂ ਨਾਲ 3y + 3 5 15 x ਆ -3y ਹੋ ਗਿਆ ਇੱਧਰ ਆਣ ਕੇ = 15 ਆ 5 ਉੱਧਰ ਜਾ ਕੇ ਮਾਈਨਸ ਦਾ ਹੋ ਗਿਆ ਆ ਗਿਆ ਜੀ x - 3y = 10। ਇਹਨੂੰ 1 ਨੰਬਰ ਦੇ ਦਿਓ। ਮੈਨੂੰ ਆਸ ਆ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਏਗੀ। ਸੈਕੰਡ ਕੰਡੀਸ਼ਨ ਨੂੰ ਕਹਿੰਦਾ ਆ 5 ਸਾਲ ਪਹਿਲਾਂ। ਇਹ ਵੀ 5 ਸਾਲ ਪਹਿਲਾਂ ਚੱਲ ਗਿਆ ਤੇ ਇਹ ਵੀ 5 ਸਾਲ ਪਹਿਲਾਂ ਚੱਲ ਗਿਆ ਕਿਉਂਕਿ ਦੋਵਾਂ ਨੇ 5 ਸਾਲ ਪਿੱਛੇ ਜਾਣਾ ਨਾ। ਇਕੱਲਾ ਡੈਡੀ ਤਾਂ ਜਾਏਗਾ ਹੀ ਨਹੀਂ, ਇਹ ਥੋੜ੍ਹਾ ਪੁੱਤਰ ਬੈਠਾ ਰਹੇਗਾ। ਪੁੱਤਰ ਵੀ ਤਾਂ ਛੋਟਾ ਸੀ ਨਾ 5 ਸਾਲ ਪਹਿਲਾਂ। ਜੇ ਮੇਰੀ ਉਮਰ ਹੁਣ 50 ਸਾਲ ਆ ਔਰ ਮੇਰੇ ਬੇਟੇ ਦੀ ਉਮਰ 30 ਸਾਲ ਆ ਤੇ ਅੱਜ ਤੋਂ 5 ਸਾਲ ਪਹਿਲਾਂ ਜੇ ਮੇਰੀ 45 ਸੀ ਤੇ ਮੇਰੇ ਬੇਟੇ ਦੀ ਤਾਂ 25 ਸੀ ਨਾ, ਦੋਵਾਂ ਹੀ ਜਾਣਾ। ਕਹਿੰਦਾ ਉਦੋਂ ਕੀ ਰੇਸ਼ੋ ਸੀ 7 ਟਾਈਮਸ ਆਫ ਹਿਜ਼ ਸਨ। ਆਫ ਮੈਨੇ ਹੁੰਦਾ ਮਲਟੀਪਲਾਈ x - 5 = 7y -7 5 * 35। ਇੱਥੇ ਤਾਂ ਮੈਂ ਚਲੋ ਵੀਡੀਓ ਸਿੱਧਾ ਕਹਿ ਰਿਹਾ ਨਾ, ਵੈਸੇ ਹੁੰਦਾ ਕੀ ਆ ਪਲੱਸ ਮਾਈਨਸ ਇਹ ਪ੍ਰੋਸੈਸ ਆ। x ਆ 7y ਇੱਧਰ ਆ ਗਏ -7y = -35 ਆ 5 ਉੱਧਰ ਜਾ ਕੇ ਪਲੱਸ ਦੇ ਹੋ ਗਏ ਕੀ ਆ ਗਿਆ ਜੀ x - 7y = -30। ਇਹਨੂੰ 2 ਨੰਬਰ ਦੇ ਦਿਓ। ਹੁਣ ਸਵਾਲ ਚੱਲੇਗਾ ਫਰੋਮ 1 ਕੀ ਆ x - 3y = 10 x = 10 ਇਹ 3y ਉੱਧਰ ਜਾਏਗਾ ਤੇ ਪਲੱਸ ਦਾ ਹੋ ਜਾਏਗਾ। ਹੁਣ ਇਹ ਵੈਲਿਊ ਜਿਹੜੀ ਆ ਪੁੱਟ ਦਾ ਵੈਲਿਊ ਆਫ x ਇਨ ਇਕੁਏਸ਼ਨ 2 ਇਹ 'ਚ ਭਰ ਦਿਓ x - 7y = -30। ਆਹ ਵੈਲਿਊ ਜਿਹੜੀ x ਦੀ ਹੈ ਇੱਥੇ ਪੁੱਟ ਕਰੋ। x ਕਿੰਨਾ 10 + 3y ਅੱਗੇ ਕੀ ਆ -7y ਅੱਗੇ ਕੀ ਆ -30 ਪਲੱਸ 3y ਤੇ -7y ਬਣਦੇ ਨੇ -4y -30 ਆ 10 ਜਿਹੜੇ ਉੱਧਰ ਭੇਜ ਦਿਓ ਮਾਈਨਸ ਦੇ ਹੋ ਜਾਣਗੇ। ਕੀ ਹੋ ਗਿਆ -4y -30 ਤੇ -10 ਕੀ ਹੋਏ ਦੋ ਮਾਈਨਸ ਦੀਆਂ ਚੀਜ਼ਾਂ ਨੇ ਵੱਖਰੀਆਂ ਪਈਆਂ ਇਕੱਠੀਆਂ ਕਰ ਦਿਆਂਗੇ -40 ਮਾਈਨਸ ਨਾਲ ਮਾਈਨਸ ਕੱਟੀ ਗਈ y ਦੀ ਵੈਲਿਊ ਆ ਗਈ 40/4 ਆ 4 ਮਲਟੀਪਲਾਈ ਹੋ ਰਿਹਾ ਤੇ ਉਧਰ ਥੱਲੇ ਚੱਲ ਜਾਏਗਾ 4 10 ਨਾਲ y = 10। ਲਓ y ਦੀ ਵੈਲਿਊ ਆ ਗਈ ਸਾਡੇ ਕੋਲ। ਹੁਣ ਆਪਾਂ x ਦੀ ਵੈਲਿਊ ਕੱਢਣੀ। x ਦੀ ਵੈਲਿਊ ਕਿੰਨੀ ਆ ਵੇਖੋ x ਦਿੱਤਾ ਉਹਨੇ ਭਾਵੇਂ ਇਹ ਲਾਈਨਾਂ ਲਿਖ ਲਓ ਦੇਖੋ ਧਿਆਨ ਨਾਲ ਭਾਵੇਂ ਇਹ ਲਾਈਨ ਲਿਖ ਕੇ ਇਹ 'ਚ y ਦੀ ਵੈਲਿਊ ਪੁੱਟ ਕਰ ਦਿਓ ਭਾਵੇਂ ਇਹ 'ਚ ਪੁੱਟ ਕਰ ਦਿਓ ਤੇ ਭਾਵੇਂ ਇਹਦੇ 'ਚ ਪੁੱਟ ਕਰ ਦਿਓ ਤੁਹਾਡੀ ਮਰਜ਼ੀ ਆ ਤੁਹਾਨੂੰ x ਦੀ ਵੈਲਿਊ ਮਿਲ ਜਾਏਗੀ। ਮੈਂ ਇਹਦੇ 'ਚ ਪੁੱਟ ਕਰਨ ਲੱਗਾ x = 10 + 3y। ਜੇ ਬਹੁਤੀ ਗੱਲ ਆ ਇਹਨੂੰ ਨੰਬਰ ਦੇ ਦਿਓ a ਲਿਖ ਦਿਓ ਇੱਥੇ ਲਿਖ ਦਿਓ from a 10 + 3y ਕਿੰਨਾ 10 ਕੀ ਆ ਗਿਆ 10 + 3 10 ਆ 30 40 y ਦੀ ਵੈਲਿਊ ਕਿੰਨੀ ਆ ਗਈ 40 x ਦੀ ਵੈਲਿਊ ਕਿੰਨੀ ਆ ਗਈ 40 ਤੇ y ਕਿੰਨੀ ਆ 10। ਪ੍ਰੈਜੈਂਟ ਏਜ ਆਫ ਜੈਕਬ ਏਜ ਆਫ ਜੈਕਬ ਕੀ ਸੀ x ਕਿੰਨਾ 40
40 ਸਾਲ। ਪ੍ਰੈਜੈਂਟ ਏਜ ਆਫ ਸਨ ਕਿੰਨੀ ਸੀ ਵਾਈ ਕਿੰਨੀ 10 ਈਅਰਸ। ਵੀਡੀਓ ਕਾਫੀ ਲੰਬੀ ਬਣ ਗਈ ਆ, ਵੀਡੀਓ ਨੂੰ ਪੂਰਾ ਵੇਖਿਓ, ਲਾਈਕ ਜ਼ਰੂਰ ਕਰਿਓ, ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਬਾਏ WhatsApp, ਬਾਏ Facebook, ਬਾਏ Instagram। ਜਿਹੜਾ ਵੀ ਤੁਹਾਨੂੰ ਕੈਰੀਅਰ ਮਿਲਦਾ ਉਹਦੇ ਨਾਲ ਤੁਸੀਂ ਇਹਨੂੰ ਜ਼ਰੂਰ ਇੱਕ ਦੂਜੇ ਨਾਲ ਜਿਹੜਾ ਸ਼ੇਅਰ ਕਰਿਆ ਕਰੋ। ਉਹਦੇ ਨਾਲ ਕੀ ਆ ਵੀ ਕਰ ਭਲਾ ਤੇ ਹੋਵੇ ਭਲਾ। ਜਿੱਥੇ ਤੁਹਾਨੂੰ ਵੱਧ ਐਜੂਕੇਸ਼ਨ ਮਿਲੇਗੀ, ਜਿੱਥੇ ਤੁਹਾਡੇ ਨਾਲ ਪਰਮਾਤਮਾ ਜ਼ਿਆਦਾ ਖੁਸ਼ ਹੋਏਗਾ, ਉੱਥੇ ਉਹਨਾਂ ਨਾਲ ਵੀ ਖੁਸ਼ ਹੋਏਗਾ। ਵੀਡੀਓ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।